ਸਤਿ ਸ਼੍ਰੀ ਅਕਾਲ। ਪੰਜਾਬ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਸੁਰਖੀਆਂ ਦੇ ਨਾਲ। ਨਾਨਕਸ਼ਾਹੀ ਸੰਮਤ 556 ਦੀ ਆਰੰਭਤਾ ਮੌਕੇ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਬੇਨਤੀ ਉਪਰੰਤ ਨਾਨਕਸ਼ਾਹੀ ਕੈਲੰਡਰ ਵੀ ਕੀਤਾ ਗਿਆ ਜਾਰੀ। सिख कौम के महान जरनैल शहीद अकाली फूला सिंह जी का मनाया गया बरसी समागम। पहुंचे हुए पंथक आगुआ ने कौमी योद्धे की कुर्बानी नूं कीता सजदा। अज अकाली दल के रामलीला मैदान दे विच किसानां दा वेखण नूं मिलिया भारी इकट्ठ। केंद्र सरकार दा किसानां ने कीता जबरदस्त विरोध। सरकार ने भी किसानां नूं रोकण दी कीती पूरी कोशिश। लोक सभा चोणां नजदीक आउंदियां ही सियासी आगुआं ने पार्टियां बदलनियां कीतियां शुरू। पंजाब दे साबका मुख मंत्री कैप्टन अमरिंदर सिंह दी पत्नी परनीत कौर होई भारतीय जनता पार्टी दे विच शामिल ते नाल ही आम आदमी पार्टी ने भी अपने 8 उम्मीदवारां दी पहली सूची कीती जारी। ते हुण खबरां विस्तार दे नाल। जिथे पूरा देश 1 जनवरी ਨੂੰ ਨਵਾਂ ਸਾਲ ਮਨਾਉਂਦਾ ਹੈ, ਉੱਥੇ ਹੀ ਸਿੱਖ ਕੌਮ ਦੇ ਵਿੱਚ ਅੱਜ ਦੇ ਦਿਨ ਨੂੰ ਨਵੇਂ ਸਾਲ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਵੱਡੀ ਗਿਣਤੀ ਦੇ ਵਿੱਚ ਸੰਗਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਲਈ ਪਹੁੰਚੀ। ਨਾਲ ਹੀ ਅੱਜ ਦਲ ਖਾਲਸਾ ਵੱਲੋਂ ਨਾਨਕਸ਼ਾਹੀ ਕੈਲੰਡਰ ਵੀ ਰਿਲੀਜ਼ ਕੀਤਾ ਗਿਆ ਤੇ ਦੂਜੇ ਪਾਸੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਸੰਬੰਧੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋर्ट। ਅੱਜ ਦਾ ਦਿਨ ਕਾਫੀ ਖਾਸ ਹੈ ਕਿਉਂਕਿ ਦੇਸੀ ਮਹੀਨਿਆਂ ਦੇ ਮੁਤਾਬਕ ਅੱਜ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ। ਨਵੇਂ ਸਾਲ ਦਾ ਕੈਲੰਡਰ ਯਾਨੀ ਕਿ ਨਾਨਕਸ਼ਾਹੀ ਸੰਮਤ 556 ਅੱਜ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਅਰਦਾਸ ਬੇਨਤੀ ਕਰਕੇ ਸੰਗਤਾਂ ਦੇ ਸਪੁਰਦ ਕੀਤਾ ਗਿਆ, ਜਿੱਥੇ ਪੰਥਕ ਸ਼ਖਸੀਅਤਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ। ਇਸ ਮੌਕੇ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੀਤੇ ਸਮੇਂ ਦੌਰਾਨ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਦੁਬਾਰਾ ਤੋਂ ਰਿਲੀਜ਼ ਕਰਨ ਦੀ ਵੀ ਅਪੀਲ ਕੀਤੀ। ਔਰ ਫਿਰ 2010 ਦੇ ਵਿੱਚ ਇੱਕ ਮਿਲਗੋਬਾ ਬਣਾਇਆ ਗਿਆ। ਅੱਧੀਆਂ ਤਰੀਕਾਂ ਬਿਕਰਮੀ ਵਾਲੀਆਂ ਲੈ ਲਈਆਂ ਤੇ ਅੱਧੀਆਂ ਮੂਲ ਨਾਨਕਸ਼ਾਹੀ ਕੈਲੰਡਰ ਵਾਲੀਆਂ ਰਹਿਣਤੀਆਂ ਤੇ ਉਹ 2010 ਦੇ ਵਿੱਚ ਇੱਕ ਮਿਲਗੋਬਾ ਕੌਮ ਦੇ ਵਿੱਚ ਜਿਹੜਾ ਉਹ ਸੁੱਟ ਦਿੱਤਾ ਗਿਆ। ਉਸ ਤੋਂ ਬਾਅਦ ਕੌਮ ਦੇ ਵਿੱਚ ਦੁਬਿਧਾ ਪੈਦਾ ਹੋਈ, ਇੱਕ ਭੰਬਲ ਭੂਸਾ ਪੈਦਾ ਹੋਇਆ ਔਰ ਇਸ ਤੋਂ ਵੀ ਅੱਗੇ ਵੱਧ ਕੇ ਫਿਰ 2015 ਦੇ ਵਿੱਚ ਜਾ ਕੇ ਉਸ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੂਰੀ ਤਰ੍ਹਾਂ ਦੇ ਨਾਲ ਬਿਕਰਮੀ ਕਰ ਦਿੱਤਾ ਗਿਆ ਤੇ ਨਾ ਉਹਦਾ ਫਿਰ ਵੀ ਮੂਲ ਨਾਨਕਸ਼ਾਹੀ ਰੱਖਿਆ। ਤੇ ਅੱਜ ਜਿਹੜਾ ਕੈਲੰਡਰ ਸ਼੍ਰੋਮਣੀ ਕਮੇਟੀ ਛਾਪ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਰਿਲੀਜ਼ ਕਰਾਉਂਦੀ ਆ, ਉਹ ਇੱਕ ਬਿਕਰਮੀ ਕੈਲੰਡਰ ਆ ਜਿਸ ਦੇ ਉੱਤੇ ਨਾਮ ਨਾਨਕਸ਼ਾਹੀ ਕੈਲੰਡਰ ਵਰਤਿਆ ਜਾਂਦਾ। ਪਰ ਜਿਹੜਾ ਕੈਲੰਡਰ ਅੱਜ ਜਾਰੀ ਕੀਤਾ ਗਿਆ ਆ ਇਹ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਆ ਔਰ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਉਹ ਦੋਵੇਂ ਧੜੇ ਜਿਹੜੇ ਧੜੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਵਕਾਲਤ ਕਰਦੇ ਨੇ ਤੇ ਜਿਹੜਾ ਧੜਾ ਬਿਕਰਮੀ ਕੈਲੰਡਰ ਦੀ ਵਕਾਲਤ ਕਰਦਾ ਹੈ, ਦੋਵੇਂ ਕੌਮ ਦੇ ਹਿੱਸੇ ਨੇ। ਅਸੀਂ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਇਸ ਇਸ਼ੂ ਨੂੰ ਸੰਜੀਦਗੀ ਦੇ ਨਾਲ ਲੈਣਾ ਚਾਹੀਦਾ ਹੈ ਔਰ ਕੌਮ ਦੇ ਵਿੱਚੋਂ ਦੁਬਿਧਾ ਦੂਰ ਕਰਨ ਦੇ ਲਈ। ਤੇ ਉਧਰ ਸ੍ਰੀ ਦਮਦਮਾ ਸਾਹਿਬ ਦੇ ਸਰਬਰਾਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨਾਨਕਸ਼ਾਹੀ ਸੰਮਤ 556 ਦੀ ਹੋਈ ਆਰੰਭਤਾ ਮੌਕੇ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਦਿੱਤੀ ਤੇ ਸੰਗਤ ਨੂੰ ਬਾਣੀ ਨਾਲ ਜੁੜੇ ਰਹਿਣ ਦਾ ਸੁਨੇਹਾ ਵੀ ਦਿੱਤਾ। ਈਸਵੀ ਸਨ ਦੇ 14 ਮਾਰਚ 2024 ਦੇ ਮੁਤਾਬਕ ਖਾਲਸੇ ਦਾ ਨਵਾਂ ਨਾਨਕਸ਼ਾਹੀ ਸੰਮਤ 556 ਜਿਹੜਾ ਹੈ ਉਹ ਆਰੰਭ ਹੋਣ ਜਾ ਰਿਹਾ। ਮੈਂ ਇਸ ਨਾਨਕਸ਼ਾਹੀ ਸੰਮਤ 556 ਜੋ ਅੱਜ 1 ਚੇਤ ਨੂੰ ਆਰੰਭ ਹੋ ਰਿਹਾ ਹੈ, ਇਸ ਨਵੇਂ ਸਾਲ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ, ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿੰਦਾ ਔਰ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਇਹ ਸਾਲ ਸਾਡੇ ਵਿਹੜਿਆਂ ਦੇ ਵਿੱਚ ਖੁਸ਼ੀਆਂ ਭਰਿਆ ਹੈ। ਅਸੀਂ ਨਾਮ ਬਾਣੀ ਨਾਲ ਜੁੜੀਏ, ਬਾਣੀ ਦੇ ਧਾਰਨੀ ਬਣੀਏ, ਖੰਡੇ ਬਾਟੇ ਦੀ ਪਹੁਲ ਛਕੀਏ, ਗੁਰੂ ਵਾਲੇ ਬਣੀਏ, ਗੁਰੂ ਨੂੰ ਜਪੀਏ, ਗੁਰੂ ਨੂੰ ਅੰਗ ਸੰਗ ਸਮਝੀਏ, ਗੁਰੂ ਸਾਡੀ ਬੌੜੀ ਕਰੇ। ਮੈਂ ਇੱਕ ਵਾਰੀ ਫੇਰ ਅੱਜ 1 ਚੇਤ ਨੂੰ ਨਵੇਂ ਸਾਲ ਦੀਆਂ
ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਨਾਨਕਸ਼ਾਹੀ ਸੰਮਤ 556 ਆਰੰਭ ਹੋਣ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚੀ, ਜਿੱਥੇ ਉਹਨਾਂ ਆਪਣੇ ਨਵੇਂ ਸਾਲ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਅਨੁਸਾਰ ਸਿੱਖ ਧਰਮ ਦੀ ਪਰੰਪਰਾ ਅਨੁਸਾਰ ਅੱਜ 1 ਚੇਤ ਜੋ ਸੰਮਤ ਨਾਨਕਸ਼ਾਹੀ 556 ਦੀ ਆਰੰਭਤਾ ਹੋਈ ਹੈ। ਗੁਰਮਤਿ ਅਨੁਸਾਰ ਜੋ ਸਿੱਖਾਂ ਦੇ ਵਿੱਚ ਇਸ ਨਵੇਂ ਸਾਲ ਦੀ ਪ੍ਰਵਾਨਗੀ ਦਿੱਤੀ ਗਈ ਹੈ, ਪ੍ਰਵਾਨਿਤ ਹੈ। ਇਸ ਮੌਕੇ ਗੁਰੂ ਸਾਹਿਬ ਜੀ ਦੇ ਕੋਲ ਸੰਗਤਾਂ ਆਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਨਤਮਸਤਕ ਹੋ ਰਹੀਆਂ ਨੇ। ਉੱਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਾਡੀ ਵਿਲੱਖਣਤਾ ਦਾ ਪ੍ਰਤੀਕ ਹੈ, ਸਾਡੀ ਅੱਡਰੀ ਹੋਣ ਦਾ ਪ੍ਰਤੀਕ ਹੈ। ਬਿਊਰੋ ਰਿਪੋਰਟ। ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦਾ ਬਰਸੀ ਸਮਾਗਮ ਪਸੋੜ ਦੇ ਪਿੰਡ ਦੇਹਲਾ ਸਿਹਾਂ ਵਿਖੇ ਮਨਾਇਆ ਗਿਆ, ਜਿੱਥੇ ਪੰਥਕ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਗਈ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦਾ ਇਤਿਹਾਸਕ ਜੀਵਨ ਸੰਗਤ ਦੇ ਨਾਲ ਸਾਂਝਾ ਕੀਤਾ ਅਤੇ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕੀਤਾ। ਤੁਹਾਨੂੰ ਦੱਸ ਦਈਏ ਕਿ ਸਿੱਖ ਰਾਜ ਦੇ ਰਾਖੇ ਅਕਾਲੀ ਫੂਲਾ ਸਿੰਘ ਜੀ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸਨ। ਅੱਜ ਸਾਡੀ ਪੰਥ ਦੇ ਲਈ ਇੱਕ ਮਹਾਨ ਦਿਵਸ ਹੈ ਕਿ ਅਸੀਂ ਉਸ ਸ਼ਖਸੀਅਤ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ, ਅਕਾਲੀ ਫੂਲਾ ਸਿੰਘ ਜੀ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਰਦਾਰ ਹਰੀ ਸਿੰਘ ਨਲਵੇ ਦੇ ਨਾਲ ਤੇ ਸਿੱਖ ਫੌਜਾਂ ਨੇ ਅਫਗਾਨਿਸਤਾਨ ਫਤਿਹ ਕੀਤਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਗਰੇਜ਼ਾਂ ਨੇ ਵੀ ਪੂਰਾ ਜ਼ੋਰ ਲਗਾਇਆ ਕਿ ਅਫਗਾਨਿਸਤਾਨ ਅਸੀਂ ਫਤਿਹ ਕਰੀਏ, ਪਰ ਉਹਨਾਂ ਦੀ ਵੀ ਵਾਹ ਨਹੀਂ ਚੱਲੀ। ਉਸ ਤੋਂ ਬਾਅਦ ਰੂਸ ਨੇ ਪੂਰੇ ਯਤਨ ਕੀਤੇ, ਪਰ ਅਫਗਾਨਿਸਤਾਨ ਫਤਿਹ ਨਹੀਂ ਹੋਇਆ। ਉਸ ਤੋਂ ਬਾਅਦ ਹੁਣ ਦੀ ਗੱਲ ਹੈ, ਅਮਰੀਕਾ ਦੀਆਂ ਫੌਜਾਂ ਅਫਗਾਨਿਸਤਾਨ ਤੋਂ ਹਾਰ ਮੰਨ ਕੇ ਵਾਪਸ ਮੁੜੀਆਂ। ਪਰ ਸਾਧ ਸੰਗਤ ਜੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿੱਖਾਂ ਦੀਆਂ ਫੌਜਾਂ, ਜਿਨ੍ਹਾਂ ਦੇ ਲੀਡਰ ਅਕਾਲੀ ਫੂਲਾ ਸਿੰਘ ਸੀਗੇ, ਹਰੀ ਸਿੰਘ ਸੀਗੇ, ਨਲਵਾ ਸਾਹਿਬ, ਇਹ ਸਾਰਿਆਂ ਨੇ ਅਫਗਾਨਿਸਤਾਨ 1819 ਦੇ ਵਿੱਚ ਫਤਿਹ ਕਰ ਲਿਆ ਸੀ। ਜਦੋਂ ਅਫਗਾਨਿਸਤਾਨ ਫਤਿਹ ਕੀਤਾ, ਜਿਹੜਾ ਕਸ਼ਮੀਰ ਅੱਜ ਕੁਛ ਪਾਸਾ ਪਾਕਿਸਤਾਨ ਦੇ ਕੋਲੇ ਹੈ, ਕੁਛ ਇੰਡੀਆ ਦੇ ਕੋਲੇ ਹੈ, ਕੁਛ ਚੀਨ ਦੇ ਹਵਾਲੇ ਹੈ, ਇਹ ਸਾਰਾ ਕਸ਼ਮੀਰ ਦਾ ਸੂਬਾ ਫਤਿਹ ਕਰਕੇ ਸਿੱਖ ਰਾਜ ਦੇ ਨਾਲ ਲਗਾ ਦਿੱਤਾ ਸੀ। ਤੇ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਦੇ ਵਿੱਚ ਪੰਜਾਬ ਦੀ ਨਵੀਂ ਬਣੀ ਮੁੱਖ ਮੰਤਰੀ ਮਰੀਮ ਨਵਾਜ਼ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਸੰਬੰਧੀ ਕੀਤੇ ਐਲਾਨ ਦਾ ਸਵਾਗਤ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਮਾਂ ਬੋਲੀ ਹੈ, ਜੋ ਕਿ ਨਵੀਂ ਪੀੜ੍ਹੀ ਨੂੰ ਪੜ੍ਹਾਈ ਜਾਣੀ ਬੇहद ਜ਼ਰੂਰੀ ਹੈ। ਉਹਨਾਂ ਕਿਹਾ ਕਿ ਆਪਣੀ ਮਾਂ ਬੋਲੀ ਤੋਂ ਟੁੱਟ ਕੇ ਕੋਈ ਵੀ ਕੌਮ ਕਾਮਯਾਬ ਨਹੀਂ ਹੋ ਸਕਦੀ ਹੈ। ਉਹਨਾਂ ਕਿਹਾ ਕਿ ਲਹਿੰਦੇ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਮੁੱਢਲੀ ਜਮਾਤਾਂ ਤੋਂ ਹੀ ਵਿਸ਼ੇ ਵਜੋਂ ਪੜ੍ਹਾਈ ਜਾਣੀ ਚਾਹੀਦੀ ਹੈ ਅਤੇ ਉਥੋਂ ਦੀ ਸੂਬਾ ਸਰਕਾਰ ਨੂੰ ਆਪਣੇ ਵੱਲੋਂ ਕੀਤੇ ਗਏ ਐਲਾਨ ਨੂੰ ਤੁਰੰਤ ਅਮਲੀ ਰੂਪ ਦੇਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਲਹਿੰਦੇ ਪੰਜਾਬ ਅੰਦਰ ਲੰਮੇ ਸਮੇਂ ਤੋਂ ਪੰਜਾਬੀ ਪੜ੍ਹਾਉਣ ਦਾ ਮਸਲਾ ਉੱਠਦਾ ਆ ਰਿਹਾ ਅਤੇ ਹੁਣ ਮੁੱਖ ਮੰਤਰੀ ਮਰੀਮ ਨਵਾਜ਼ ਵੱਲੋਂ ਕੀਤਾ ਗਿਆ ਐਲਾਨ ਸ਼ਲਾਘਾਯੋਗ ਹੈ। ਕਿਸਾਨ ਮਜ਼ਦੂਰ ਮਹਾਪੰਚਾਇਤ ਲਈ ਅੱਜ ਰਾਸ਼ਟਰੀ ਰਾਜਧਾਨੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਅਤੇ ਕੇਂਦਰ ਦੀਆਂ ਨੀਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। संयुक्त मोर्चा है, इसको तोड़ने का काम सरकारें करेंगी, ये भी ध्यान रख लेना।
अभी देश में और किसान संगठन बनेंगे, अभी देश में जातिगत किसान संगठन बनेंगे, अभी देश में क्षेत्र के किसान संगठन बनेंगे, फसलों के अलग अलग किसान संगठन बनेंगे, आंदोलन चलेंगे, उसको किसी स्टेट का आंदोलन बताएंगे, एक कम्युनिटी का आंदोलन बताएंगे। क्योंकि जिस तरह के आंदोलन चले हुए हैं उससे क्या हासिल हो रहा है? उससे हासिल हो रहा है कि देश में एक सिख समाज को बदनाम करने की एक बड़ी साजिश चली हुई है। क्योंकि संयुक्त मोर्चा इकट्ठा था, खास करके जो पंजाब के लोग थे वे इकट्ठे थे। जब दिल्ली से गए तो सब लोग इकट्ठे गए, लेकिन आज हुआ क्या? पूरा देश पंजाब की तरफ देखता है, पंजाब जैसे आगे बढ़ता है तो हरियाणा देखता है, पूरा संयुक्त मोर्चा देश भर में है। लेकिन हमने कहा कि हम उन किसान संगठन जो है, जो किसान है, हम उनके साथ में हैं सबके। जो किसानों पर अत्याचार हुआ है, ये देश का किसान उनके साथ में है। हमने एक 6 मेंबरी कमेटी, जो तालमेल कमेटी है, वो कमेटी बनी है। वो कमेटी बातचीत करें, देश में जब भी बड़ा आंदोलन हो तो सब लोग इकट्ठे आंदोलन करें, उससे एक बड़ी ताकत मिलेगी। प्रेस के लोग जो बोलते हैं उसको सवाल का जवाब हम दे सकते हैं। उसमें हमारी कमेटी बातचीत उनसे करेगी, कर भी रही है। इकट्ठे होने चाहिए सब। आप जो भी यहाँ पे कमेटी के फैसले हुए हैं, जो यहाँ पे प्रस्ताव, जो अपने हक पत्र हैं जो आपको बताए गए हैं, उन प्रस्ताव पे सबकी सहमति है। और हमारा पूरा विरोध सरकारों का विरोध रहेगा। जो भी सरकारें किसानों के खिलाफ फैसले लेगी, हमारा उसके खिलाफ आंदोलन जारी रहेगा। ਤੇ ਉਧਰ ਲੋਕ ਸਭਾ ਚੋਣਾਂ ਨਜ਼ਦੀਕ ਹਨ ਤੇ ਆਪਣੇ ਨਿੱਜੀ ਮੁਫਾਦਾਂ ਲਈ ਪਾਰਟੀਆਂ ਛੱਡਣੀਆਂ, ਪਾਰਟੀਆਂ ਬਦਲਣੀਆਂ ਤੇ ਮੁੜ ਵਾਪਸੀਆਂ ਦਾ ਦੌਰ ਵੀ ਲੀਡਰਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ। ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਪਾਰਲੀਮੈਂਟ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਅੱਜ ਜਨਤਕ ਤੌਰ ਉੱਤੇ ਵੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਈ ਹੈ। ਇੱਥੇ ਵੀ ਦੱਸ ਦਈਏ ਕਿ ਪਰਨੀਤ ਕੌਰ ਪਟਿਆਲਾ ਤੋਂ ਪਾਰਲੀਮੈਂਟ ਮੈਂਬਰ ਹਨ। भारतीय जनता पार्टी उन्होंने मुड़ इसी सीट तो चोण मैदान विच उतार सकती है। मैं आज भारतीय जनता पार्टी में शामिल हो रही हूँ। खुशी है मुझे, क्योंकि पिछले 25 सालों से मैं लोकतंत्र में, लोकसभा में और विधानसभा में मैंने काम किया है, अपने क्षेत्र के लिए, पंजाब के लिए, देश के लिए। और आज वो समा आ गया है जिसमें सबको एकत्र होके जो सबसे बढ़िया हमारे देश को, देश में, विदेशों में ऊंचा कर सके, तरक्की हो सके, जो हमारे बच्चों का जो कल है उसको बेहतर बना सके, वो देखकर मोदी जी, जो भारतीय जनता पार्टी के मुखी हैं अपनी सारी टीम के साथ, और हमारे प्रधानमंत्री रहे हैं पिछले लगभग 10 सालों के लिए, उनके कामों को देखकर, उनकी नीतियों को देखकर, जैसे अभी विकसित भारत चल रहा था प्रोग्राम, क्या क्या गरीब से गरीब और इंडस्ट्री तक उन्होंने जो नीतियां बनाई हैं और हमारे जो आगे लेके गए हैं हमारे देश को, मुझे पूरा विश्वास है कि वो ही है एक शख्स जिनकी नेतृत्व में और भारतीय जनता पार्टी की नेतृत्व में हम अपने बच्चों और अपने देश को सुरक्षित रख सकें और उनको आगे ले जा सकें। ਤੇ ਉਦੋਂ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਘਰ ਵਾਪਸੀ ਕਰ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਬੇਗੋਵਾਲ ਵਿਖੇ ਅੱਜ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਾਮਿਲ ਹੋ ਗਈ।
ਦੱਸ ਦਈਏ ਕਿ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਭਾਵੇਂ ਬਾਦਲ ਸਾਹਿਬ ਤੁਹਾਡੇ ਮਨ 'ਚ ਤੇ ਹੋਵੇਗਾ ਕਿ ਬੀਬੀ ਜੀ ਵੱਖਰੇ ਹੋ ਗਏ, ਅਸੀਂ ਕੱਢ ਦਿੱਤਾ, ਪਤਾ ਨਹੀਂ ਰੁੱਸ ਗਈ, ਪਤਾ ਨਹੀਂ ਕੰਮ ਨਹੀਂ ਕਰਦੀ। ਆ ਮੇਰੇ ਸਾਰੇ ਗਵਾਹ ਪੰਜਾਬ ਦੇ ਕੱਲੇ ਕੱਲੇ ਥਾਂ ਦੇ ਉੱਤੇ ਜਾ ਕੇ, ਕੱਲੇ ਕੱਲੇ ਪਾਰਟੀ ਦੇ ਵਰਕਰ ਕੋਲ ਜਾ ਕੇ, ਕੱਲੇ ਕੱਲੇ ਲੀਡਰਾਂ ਕੋਲ ਜਾ ਕੇ ਇਹੋ ਹੀ ਵਾਸਤਾ ਪਾਉਂਦੀ ਰਹੀ ਹੈ, ਦੇਖਿਓ ਪਾਰਟੀ ਕਿਤੇ ਕਮਜ਼ੋਰ ਨਾ ਹੋ ਜਾਵੇ, ਪਾਰਟੀ ਦਾ ਨੁਕਸਾਨ ਨਾ ਹੋ ਜਾਵੇ। ਮੈਨੂੰ ਉਸ ਗੱਲ ਦਾ ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ। ਹੋ ਸਕਦਾ ਮੇਰੇ ਕੋਲੋਂ ਗਲਤੀਆਂ ਹੋਈਆਂ ਹੋਣ, ਹੋ ਸਕਦਾ ਮੇਰੇ ਕੋਲੋਂ ਕੋਈ ਕਮੀ ਰਹਿ ਗਈ ਹੋਵੇ, ਤਾਂ ਤੁਸੀਂ ਉਹ ਐਕਸ਼ਨ ਲਿਆ, ਨਹੀਂ ਤੇ ਵਰਨਾ ਕੋਈ ਛੇਤੀ ਕਿਤੇ ਐਕਸ਼ਨ ਨਹੀਂ ਲੈਂਦਾ। ਮੈਂ ਤੇ ਕਹਿੰਦੇ ਆਪਣੀ ਹੀ ਮੈਂ ਹਰ ਚੀਜ਼ ਨੂੰ ਮੈਂ ਆਪਣੀ ਝੋਲੀ 'ਚ ਪਾਉਂਦੀ ਹਾਂ, ਹਰ ਕਮੀ ਨੂੰ ਮੈਂ ਆਪਣੀ ਝੋਲੀ 'ਚ ਪਾਉਂਦੀ ਹਾਂ। ਕਿਉਂਕਿ ਜੇ ਕਿਸੇ ਨੇ ਮੇਰੇ ਖਿਲਾਫ ਕਿਹਾ ਵੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਮੈਨੂੰ ਕੋਈ ਚਿੰਤਾ ਨਹੀਂ। ਨਿੰਦਕ ਹਮਰੇ ਕੱਪੜੇ ਧੋਏ, ਬੜਾ ਕੁਝ ਵਿਅਕਤੀਆਂ ਨੇ ਕਿਹਾ, ਪਰ ਬਾਦਲ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਇਸ ਪਰਿਵਾਰ ਕੋਲੋਂ ਨਾ ਕਦੀ ਆਸ ਹੈ, ਨਾ ਤੁਸੀਂ ਕਦੀ ਆਪਣੀ ਜ਼ੁਬਾਨ ਦੇ ਵਿੱਚੋਂ ਇੱਕ ਸ਼ਬਦ ਬਾਬਾ ਪ੍ਰੇਮ ਸਿੰਘ ਜੀ ਦੀ ਇਸ ਸੇਵਾਦਾਰ ਨੂੰ ਕਿਤੇ ਕਹਿ ਕੇ ਮੈਨੂੰ ਇਹ ਜਿਤਲਾਇਆ ਹੋਵੇ ਕਿ ਮੈਂ ਤੁਹਾਡੇ ਤੋਂ ਬਾਹਰ ਹਾਂ। ਤੁਸੀਂ ਟੈਲੀਫੋਨ ਕੀਤੇ, ਮੇਰੇ ਵੀਰਾਂ ਨੇ ਬੜੇ ਟੈਲੀਫੋਨ ਕੀਤੇ, ਮੇਰੇ ਸਾਥੀਆਂ ਨੇ ਰੋਜ਼ ਅੱਧਾ ਘੰਟਾ ਮੇਰੇ ਨਾਲ ਵਿਚਾਰਾਂ ਕੀਤੀਆਂ, ਔਰ ਹਰ ਕੋਈ ਬੈਠਾ ਹੋਇਆ ਇੱਥੇ, ਹਰ ਕੋਈ ਤੁਹਾਨੂੰ ਕਹਿ ਸਕਦਾ ਹੈ। ਡਾਕਟਰ ਦਲਜੀਤ ਸਿੰਘ ਜੀ ਚੀਮਾ ਵਰਗੇ ਗਵਾਹ ਨੇ ਕਿ ਇੱਕ ਵਿਅਕਤੀ ਨੂੰ ਇਹ ਮੈਂ ਗੱਲ ਕਹੀ ਕਿ ਮੇਰੇ ਵੀਰੋ ਅੱਜ ਜੇ ਪਾਰਟੀ 'ਚ ਕਮੀ ਆਈ ਹੈ, ਜਿਨ੍ਹਾਂ ਕਾਰਨਾਂ ਕਰਕੇ ਆਈ ਹੈ, ਆਪਾਂ ਸਾਰੇ ਤਕੜੇ ਹੋ ਕੇ ਅੰਬਲਾ ਮਾਰੀਏ। ਸਿਧਾਂਤਕ ਤੌਰ ਤੇ ਕਮਜ਼ੋਰੀ ਨਹੀਂ ਹੋਣੀ ਚਾਹੀਦੀ। ਮੈਂ ਤੁਹਾਡਾ ਬਚਨ ਕਰਦੀ ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਨਾ ਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਹੋਣ ਦਿਆਂਗੇ, ਨਾ ਕੋਈ ਪੰਥ ਦੇ ਸਿਧਾਂਤਾਂ ਨੂੰ ਕਮਜ਼ੋਰ ਹੋਣ ਦਿਆਂਗੀ। ਉਹ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ, ਸ੍ਰੀ ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 104 ਸਾਲ ਪਹਿਲਾਂ ਬਣੀ। 104 ਸਾਲ ਪਹਿਲਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਉਹਨੂੰ ਹੋਂਦ ਵਿੱਚ ਲਿਆਉਣ ਵਾਸਤੇ ਵੀ ਬਹੁਤ ਵੱਡੀ ਮਿਹਨਤ ਕੀਤੀ, ਬੜੀ ਕੁਰਬਾਨੀ ਕੀਤੀ। ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਲੋਕ ਸਭਾ ਸੀਟਾਂ ਲਈ ਆਪਣੀ ਪਹਿਲੀ ਸੂਚੀ ਵਿੱਚ 8 ਲੋਕ ਸਭਾ ਸੀਟਾਂ ਤੇ ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ। ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਗਿਆ। ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ ਨੂੰ ਉਮੀਦਵਾਰ ਬਣਾਇਆ ਗਿਆ। ਜਲੰਧਰ ਤੋਂ ਮੌਜੂਦਾ ਸੰਸਦ ਸੁਸ਼ੀਲ ਰਿੰਕੂ ਤੇ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਉਮੀਦਵਾਰ ਬਣਾਇਆ ਗਿਆ। ਇਸ ਤੋਂ ਇਲਾਵਾ ਫਰੀਦਕੋਟ ਹਲਕੇ ਤੋਂ ਕਰਮਜੀਤ ਅਨਮੋਲ ਤੇ ਬਠਿੰਡਾ ਹਲਕੇ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਉਮੀਦਵਾਰ ਬਣਾਇਆ ਗਿਆ। ਇਸ ਦੇ ਨਾਲ ਹੀ ਸੰਗਰੂਰ ਤੋਂ ਮੰਤਰੀ ਮੀਤ ਹੇਅਰ ਨੂੰ ਤੇ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ। ਟਿਕਟ ਮਿਲਣ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ। ਤੁਹਾਡਾ ਆਪਣਾ ਹੁਣੇ ਮੈਂ ਨਾਲੇ ਹਲਕੇ ਦੇ ਵਿੱਚ ਇਸ ਵੇਲੇ ਆਪਣੇ ਲੋਕਾਂ ਦੇ ਵਿੱਚ ਸੀਗਾ, ਰਮਦਾਸ ਏਰੀਏ ਦੇ ਵਿੱਚ ਸੀਗਾ। ਹੁਣੇ ਮੈਂ ਮੈਸੇਜ ਦੇਖਿਆ ਪਾਰਟੀ ਦਾ, ਮੈਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਟੀ ਨੇ ਉਮੀਦਵਾਰ ਜਿਹੜਾ ਐਲਾਨਿਆ। ਮੈਂ ਆਪਣੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਮੈਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਆਪਣੇ ਪਾਰਟੀ ਦੇ ਸੀਨੀਅਰ ਲੀਡਰ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਠਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਇੱਕ ਸਧਾਰਨ ਆਮ ਕਿਸਾਨ ਦੇ ਪੁੱਤ ਨੂੰ ਟਿਕਟ ਦਿੱਤੀ। ਔਰ ਮੈਨੂੰ ਇਸ ਗੱਲ ਦਾ ਵੀ ਫਖਰ ਰਹੂਗਾ ਪਾਰਟੀ ਤੇ, ਮੈਨੂੰ ਮਾਣ ਮਹਿਸੂਸ ਰਹੂਗਾ ਆਪਣੀ ਪਾਰਟੀ ਤੇ, ਮਾਨ ਸਾਹਿਬ ਤੇ, ਕੇਜਰੀਵਾਲ ਸਾਹਿਬ ਤੇ ਔਰ ਸੰਦੀਪ ਪਾਠਕ ਜੀ ਤੇ, ਕਿ ਮੈਂ ਕਦੀ ਵੀ ਪਾਰਟੀ ਕੋਲ ਨਾ ਕੋਈ ਅਹੁਦਾ ਮੰਗਣ ਜਾਂਦਾ, ਨਾ ਮੈਂ ਕਦੀ ਪਾਰਟੀ ਕੋਲ ਕੋਈ ਟਿਕਟ ਮੰਗਦਾ। ਪਾਰਟੀ ਹਮੇਸ਼ਾ ਹੀ ਮੈਨੂੰ ਮਾਣ ਬਖਸ਼ਦੀ ਹੈ ਔਰ ਮੈਂ ਹਮੇਸ਼ਾ ਹੀ ਪਾਰਟੀ ਦੀਆਂ ਆਸਾਂ ਤੇ ਜਿਹੜਾ ਖਰਾ ਉਤਰਨ ਦੀ ਕੋਸ਼ਿਸ਼ ਕਰਦਾ। ਮੈਂ ਹੁਣੇ ਹੀ ਬਾਬਾ ਬੁੱਢਾ ਸਾਹਿਬ ਜੀ ਕੋਲ ਆਸ਼ੀਰਵਾਦ ਲੈ ਕੇ ਆਇਆ। ਲਾਜ਼ਮੀ ਹੀ ਮੈਂ ਪਾਰਟੀ ਦਾ ਸਿਰ ਉੱਚਾ ਕਰੂੰਗਾ ਔਰ ਇਹ ਲੋਕ ਸਭਾ ਦੀ ਸੀਟ ਜਿੱਤ ਕੇ ਮੈਂ ਆਪਣੇ ਤਿੰਨਾਂ ਆਗੂਆਂ ਅਰਵਿੰਦ ਕੇਜਰੀਵਾਲ ਜੀ ਦੇ, ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਤੇ ਡਾਕਟਰ ਸੰਦੀਪ ਪਾਠਕ ਜੀ ਦੀ ਝੋਲੀ ਦੇ ਵਿੱਚ ਪਾਉਂਗਾ। ਮੈਂ ਅੰਮ੍ਰਿਤਸਰੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਓ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਗੁਰੂ ਰਾਮਦਾਸ ਦੀ ਨਗਰੀ ਜਿਹੜੀ ਆ, ਇਸ ਨਗਰੀ ਦਾ ਝੰਡਾ ਬੁਲੰਦ ਕਰਨਾ ਦੁਨੀਆ ਦੇ ਵਿੱਚ, ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਪੰਜਾਬ ਦੀ ਅਤੇ ਅੰਮ੍ਰਿਤਸਰ ਦੀ ਇੱਕ ਆਵਾਜ਼ ਜਿਹੜੀ ਆ वो लोक सभा ਦੇ ਵਿੱਚ उठाऊंगा दिया। तो बड़ी लीड से उस टाइम भी मैं जीत दर्ज की और उसके बाद पार्टी ने पिछले 2 साल से मैं मंत्री हूं और मुझे लगता है कि तकरीबन 9-10 डिपार्टमेंट्स मेरे पास रहे पिछले 2 साल में
और उसके बाद फिर मतलब कि पिछले 7 साल में देखूं तो तीसरी बार पार्टी ने मुझे टिकट दिया, और वो भी उस क्षेत्र की जिस क्षेत्र में आम आदमी पार्टी का मुझे लगता है कि जो एपी सेंटर है, जन्म हुआ जो गढ़ है ना, और यहाँ से माननीय मुख्यमंत्री 2 बार सांसद रहे, तो मैं धन्यवाद भी करता हूँ। और मुझे लगता है कि मुझ पे बहुत बड़ी जिम्मेवारी है, क्योंकि बड़ी इंपॉर्टेंट सीट है। लेकिन जैसे आपने बोला कि गढ़ है, मुझे लगता है कि लोग बड़ी लीड से वहां से ਫ੍ਰੀ ਪਾਣੀ ਅਤੇ ਪਾਰਕਿੰਗ ਦੇ ਮੁੱਦੇ ਉਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਆਪ ਸਰਕਾਰ ਉਤੇ ਵਰਦੇ ਹੋਏ ਦਿਖਾਈ ਦਿੱਤੇ। ਇਸ ਸੰਬੰਧੀ ਅੱਜ ਉਹਨਾਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਵੀ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੈਸਾ ਨਹੀਂ ਹੈ ਤਾਂ ਫਿਰ ਪਾਣੀ ਦੇ ਐਲਾਨ ਦਾ ਕੀ ਮਤਲਬ ਹੈ ਅਤੇ ਇਸ ਦੇ ਲਈ ਪੈਸਾ ਕਿੱਥੋਂ ਆਵੇਗਾ। ਉਹਨਾਂ ਕਿਹਾ ਕਿ ਜੇਕਰ ਅਜਿਹਾ ਐਲਾਨ ਕਰਨਾ ਵੀ ਹੈ ਤਾਂ ਪਹਿਲਾਂ ਸੋਚ ਵਿਚਾਰ ਲੈਣਾ ਚਾਹੀਦਾ ਹੈ। पानी का जहां तक सवाल है, इनका वाटर सप्लाई, उसका रेवेन्यू 107 और यदि सब मिला के यदि लॉस देखो, कमर्शियल का भी यदि पकड़ो, मेरे ख्याल से इनका लॉस 150-200 करोड़ आएगा। अब उसके बाद में और फ्री बांटो। आपके पास तो पैसा है नहीं, और दूसरा अनाउंस करने का क्या मतलब? व्हाट इज द रीजन बिहाइंड इट? आपका रेवेन्यू है, खुद का रेवेन्यू है, सरप्लस है, उसमें जो पैसा लाओगे कहां से? ऑलरेडी इतना लॉस है, इतना ग्रांट दे रहे हैं, कहां से ग्रांट देंगे? और इन्हें और ठीक है, करना भी है, पहले जस्टिफाई करो ना कि इतना खर्चा हमारा बढ़ेगा, हम इतना देंगे, इतना रेवेन्यू होगा, दिस विल बी कैलकुलेशन। परमिशन लो हमारे से, है कि नहीं? पर कुछ नहीं। इस तरीके से संस्था कैसे चलेगी? जंगल राज तो नहीं है। देयर इज ए सिस्टम विच इज टू बी मेंटेन्ड बाय ईच एंड एवरीबडी। पैसा लो तो हमारे से मांगो ना। आपके पास में कहां से पैसा आएगा, पहले इसका जवाब दो। फ्री में बांट रहे हो तो पैसा कहां से? इतनी बढ़िया स्कीम अभी चल रही है, मनी माजरा में अभी लॉन्च होना है, काम शुरू हो गया, एग्रीमेंट बन गए। 24/7 की स्कीम दैट इज द बेस्ट फॉर सूटेड टू आवर चंडीगढ़। 724 7 दिन 24 घंटे पानी, कितनी बड़ी फैसिलिटी है। उसकी चर्चा नहीं, उसको डोल ड्रम में डालना। यदि करना है तो उसको पहले करो। ਤੇ ਉਧਰ ਕੇਂਦਰ ਸਰਕਾਰ ਦੇ ਵੱਲੋਂ ਸੀਏਏ ਕਾਨੂੰਨ ਲਾਗੂ ਕਰ ਦਿੱਤਾ ਗਿਆ, ਪਰ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਇਸ ਫੈਸਲੇ ਦਾ ਤਿੱਖਾ ਵਿਰੋਧ ਕਰ ਰਿਹਾ ਹੈ। ਤੇ ਕੇਜਰੀਵਾਲ ਦੇ ਇਸ ਫੈਸਲੇ ਨੂੰ ਲੈ ਕੇ ਦਿੱਤੇ ਗਏ ਬਿਆਨ ਉੱਤੇ ਸ਼ਰਨਾਰਥੀ ਭੜਕੇ ਹੋਏ ਦਿਖਾਈ ਦੇ ਰਹੇ ਨੇ, ਜਿਸ ਦੇ ਮੱਦੇਨਜ਼ਰ ਅੱਜ ਉਹਨਾਂ ਕੇਜਰੀਵਾਲ ਦੇ ਘਰ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਕੇਜਰੀਵਾਲ ਨੂੰ ਆਪਣਾ ਬਿਆਨ ਵਾਪਸ ਲੈਣ ਦੀ ਚੇਤਾਵਨੀ ਦਿੱਤੀ ਹੈ। जो इतनी भारी संख्या में बाहर से आप पाकिस्तान, बांग्लादेश के लोगों को हमारे देश में लाके बसाना चाहते हो, उनको नौकरियां कहां से दोगे? उनके लिए नौकरियां कहां से आएंगी? पहले अपने बच्चों के लिए तो नौकरी का इंतजाम कर लो। ये मेरा कल मूल प्रश्न था। उनके लिए घर कहां से आएंगे जो आप इतनी बड़ी संख्या में पाकिस्तान से, बांग्लादेश से लोगों को लाके अपने देश में बसाना चाहते हो, माइग्रेशन करवाना चाहते हो? वो उनके लिए घर, उनके लिए नौकरियां, उनके लिए संसाधन कहां से आएंगे? अपने देश में इतनी गरीबी है, अपने देश में ऑलरेडी लोगों के पास नौकरियां नहीं है, घर नहीं है, उनको कहां से लाके बसाओगे? आजादी के बाद काफी बड़े स्तर के ऊपर माइग्रेशन हुआ था। बहुत सारे लोग भारत से पाकिस्तान और बांग्लादेश गए थे और बहुत सारे लोग वहां से इधर आए थे। अब जो ये माइग्रेशन इस सीए की वजह से होने वाला है, ये उससे कहीं ज्यादा बड़ा माइग्रेशन होने वाला है। पाकिस्तान, बांग्लादेश, अफगानिस्तान, तो हमने पता है ना, केजरीवाल को तो नहीं पता होगी ना। हमारा नागरिकता मिल रही है तो क्यों केजरीवाल का जलन हो रही है? क्या मांगे तो मैंने बैठने के लिए दे, सारा नागरिकता दे, हमें ई चाहिए
केजरीवाल को क्यों जनरल हो रही है? हमें जेल आए ना पाकिस्तान में, हमें पता है ना, हमें भारत में आके हमें 8-9 साल हो गया। ये केजरीवाल जो है 2012 से हमें देख रहा है, हमारे काम धाम हमारी मजदूरियां देख रहा है, लेकिन फिर भी आए दिन कभी डाकू बोल देता है, कभी चोर बोल देता है। तो इनसे हम विनती करना चाहते हैं, इनको बोलना चाहते हैं, ये डाकू नहीं है। 12 साल से ना कोई डकैत, ना कोई चोरी, ना कोई गलत काम, मेहनत करके खाना। ये मीडिया भी देख रही है, भारतीय जनता भी देख रही है, पूरी भारत सरकार भी देख रही है, सब देख रही है। लेकिन खामखा जो इल्जाम इन्होंने लगाए हैं उनका माफीनामा इन्हें मांगना चाहिए और हमारी सुविधाएं केजरीवाल को खोलनी चाहिए। जो भी सुविधाएं केजरीवाल ने रोक रखी हैं वो हमारी सुविधाएं इनको खोलनी चाहिए। और ये भारत सरकार जनता पार्टी से हमारा सो फिलहाल ਦੇ ਲਈ ਪੰਜਾਬ ਨਿਊਜ਼ ਵਿੱਚ ਇੰਨਾ ਹੀ। ਮੈਨੂੰ ਦੁਆ ਗਿਆ। ਧੰਨਵਾਦ।